ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਤੇ ਮੈਂ ਹਾਂ ਜੀ ਬरुण कौर मान, ਸਾਰਿਆਂ ਨੂੰ ਜੀ ਆਇਆਂ, ਸਵਾਗਤ। ਔਰ ਸ਼ੁਰੂਆਤ ਕਰਦੇ ਹਾਂ ਖਬਰਾਂ ਦੀ। ਸਭ ਤੋਂ ਪਹਿਲੀ ਤੇ ਅਹਿਮ ਖਬਰ ਹੈ ਅਮਰੀਕਾ ਤੇ ਕੈਨੇਡਾ ਦੇ ਨਾਲ ਜੁੜੀ ਹੋਈ ਘੜੀਆਂ ਜਿਹੜੀਆਂ ਨੇ 1 ਘੰਟਾ ਪਿੱਛੇ ਕਰ ਦਿੱਤੀਆਂ ਗਈਆਂ ਨੇ। ਅਮਰੀਕਾ ਤੇ ਕੈਨੇਡਾ ਦਾ ਟਾਈਮ ਹੋ ਚੁੱਕਿਆ ਚੇਂਜ, 1 ਘੰਟਾ ਘੜੀਆਂ ਪਿੱਛੇ। ਹੁਣ ਸਾਰੇ ਸਕੂਲ, ਸਰਕਾਰੀ ਦਫ਼ਤਰ ਤੇ ਹੋਰ ਵੀ ਕੰਮਕਾਜੀ ਵਾਲੇ ਜਿੰਨੇ ਵੀ ਥਾਂ ਨੇ 1 ਘੰਟਾ ਦੇਰੀ ਦੇ ਹਿਸਾਬ ਦੇ ਨਾਲ, ਯਾਨੀ ਕਿ ਨਵੇਂ ਸਮੇਂ ਦੇ ਮੁਤਾਬਕ ਹੀ ਚੱਲਣਗੇ। ਸਾਲ ਵਿੱਚ 2 ਵਾਰ ਇਹ ਚੀਜ਼ ਹੁੰਦੀ ਹੈ, ਸਾਲ ਵਿੱਚ 2 ਵਾਰ ਇਹ ਟਾਈਮ ਚੇਂਜ ਹੁੰਦਾ ਹੈ। ਸੋ ਇਹਦੇ ਨਾਲ ਜਿੱਥੇ ਇਹ ਕਹਾਂਗੇ ਕਿ ਨਵੀਂ ਲਾਈਫ ਐਕਸਪੀਰੀਅੰਸ ਕਰਨ ਦਾ ਸਾਨੂੰ ਚਾਂਸ ਮਿਲੇਗਾ, ਕਿਉਂਕਿ ਜਦੋਂ ਟਾਈਮ ਚੇਂਜ ਹੋ ਗਿਆ, ਵੈਸੇ ਬੜੀ ਅਦਭੁਤ ਚੀਜ਼ ਹੈ ਕੁਦਰਤ ਵੀ। ਦੇਖੋ ਕਿਸ ਤਰ੍ਹਾਂ ਟਾਈਮ ਚੇਂਜ ਹੁੰਦੇ ਨੇ ਅੱਗੇ ਪਿੱਛੇ, ਔਰ ਜੋ ਇੱਥੋਂ ਦੇ ਮੁਲਕਾਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਉਸ ਟਾਈਮ ਦੇ ਮੁਤਾਬਿਕ ਹੀ ਕੋਆਰਡੀਨੇਟ ਕਰਨਾ ਪਏਗਾ ਆਪਣੇ ਰਿਸ਼ਤੇਦਾਰਾਂ ਨਾਲ, ਫਰੈਂਡਸ ਦੇ ਨਾਲ, ਕਿ ਉਹ ਪੂਰਾ ਧਿਆਨ ਰੱਖਣਗੇ ਇਸ ਵੇਲੇ ਉੱਥੇ ਕਿੰਨੇ ਬੱਚੇ ਹੋਏ ਨੇ। ਬਿਲਕੁਲ। ਔਰ ਦੇਖੋ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਵਿੱਚ ਲੋਕ ਹੁੰਦੇ ਆ ਨਾ, ਉਹਨਾਂ ਨੂੰ ਵੀ ਹੁਣ ਇਹ ਦੇਖਣਾ ਪਿਆ ਕਰਨਾ ਹੁਣ ਇੰਨਾ ਟਾਈਮ ਹੋ ਗਿਆ ਇੱਧਰ, ਕਿਉਂਕਿ ਉਹਨਾਂ ਨੂੰ ਪਹਿਲਾਂ ਟਾਈਮ ਯਾਦ ਹੁੰਦਾ, ਫੇਰ ਟਾਈਮ ਚੇਂਜ ਹੋ ਜਾਂਦਾ, ਫੇਰ ਟਾਈਮ ਯਾਦ ਹੁੰਦਾ, ਫੇਰ ਟਾਈਮ ਚੇਂਜ ਹੋ ਜਾਂਦਾ। ਸੋ ਇਸ ਚੀਜ਼ ਦਾ ਹੁਣ ਰੱਖਣਾ ਪਏਗਾ ਖਿਆਲ। ਹੁਣ ਹੈ ਮੈਨੂੰ ਖਿਆਲ ਦੂਸਰੀ ਖਬਰ ਦਾ, ਤੇ ਦੂਸਰੀ ਖਬਰ ਹੈ ਅਮਰੀਕਾ ਦੇ ਨਾਲ ਜੁੜੀ ਹੋਈ। ਸਰਹੱਦਾਂ ਖੁੱਲ ਗਈਆਂ ਨੇ, ਕਿਉਂਕਿ 8 ਨਵੰਬਰ ਤੋਂ ਖੁੱਲਣੀਆਂ ਸੀ। ਕੈਨੇਡਾ ਦੇ ਵਿੱਚੋਂ ਵੀ ਐਂਟਰੀ ਹੋਣੀ ਸ਼ੁਰੂ ਹੋ ਗਈ ਹੈ ਅਮਰੀਕਾ ਦੇ ਵਿੱਚ ਲੋਕਾਂ ਦੀ। ਹੁਣ ਹੋਇਆ ਕੀ ਹੈ, ਇੰਨੀ ਜ਼ਿਆਦਾ ਇੱਕਦਮ ਲੋਕਾਂ ਦੀ ਭੀੜ ਵੱਧ ਗਈ ਹੈ ਕਿ ਜਿਹੜੀਆਂ ਏਅਰਲਾਈਨਸ ਆ ਉਹਨਾਂ ਲਈ ਬੁਕਿੰਗ ਕਰਨੀਆਂ ਮੁਸ਼ਕਿਲ ਹੋ ਗਈਆਂ ਨੇ। ਬ੍ਰਿਟਿਸ਼ ਤੋਂ ਵੱਲੋਂ ਤਾਂ 66% ਦੀ ਜਿਹੜੀਆਂ ਏਅਰਲਾਈਨਸ ਆ ਉਹਨਾਂ ਦੀ ਬੁਕਿੰਗ ਵੱਧ ਚੁੱਕੀ ਹੈ। ਸੋ ਜਿੱਦਾਂ ਹੀ ਸਰਹੱਦਾਂ ਖੁੱਲ੍ਹੀਆਂ, ਬਹੁਤ ਸਾਰੇ ਲੋਕਾਂ ਦੀ ਆਮਦ ਹੋਣੀ ਸ਼ੁਰੂ ਹੋ ਗਈ। ਏਅਰਲਾਈਨਸ ਲਈ ਹੋ ਗਿਆ ਔਖਾ ਹੋਣਾ। ਸੋ ਜੇ ਹੁਣ ਤੁਸੀਂ ਟਿਕਟ ਬੁੱਕ ਕਰਾਉਣੀ ਆ, ਸੋ ਪਹਿਲਾਂ ਅਵੇਲੇਬਿਲਿਟੀ ਚੰਗੀ ਤਰ੍ਹਾਂ ਚੈੱਕ ਕਰ ਲਿਓ। ਮਤਲਬ ਕਿ ਟੈਚੀ ਪੈਕ ਕਰਨ ਤੋਂ ਪਹਿਲਾਂ ਅਵੇਲੇਬਿਲਿਟੀ ਚੈੱਕ ਕਰਿਓ, ਫਿਰ ਟੈਚੀ ਪੈਕ ਕਰਿਓ। ਬਿਲਕੁਲ ਜੀ, ਕਿਉਂਕਿ ਏਅਰਲਾਈਨਸ ਦਾ ਪਹਿਲਾਂ ਵੀ ਕਹਿੰਦੇ ਸੀ ਸਟਾਫ ਘੱਟ ਹੈ, ਕੋਵਿਡ ਕਰਕੇ ਸਟਾਫ ਘੱਟ ਹੈ, ਤਾਂ ਮੌਸਮ ਦੀ ਖਰਾਬੀ ਦਾ ਵੀ ਪਹਿਲਾਂ ਚੱਲ ਰਿਹਾ ਸੀ ਨਿਊਜ਼। ਫਿਰ ਵੀ ਲੋਕਾਂ 'ਚ ਉਤਸ਼ਾਹ ਹੈ ਕਿਉਂਕਿ ਦਰਵਾਜ਼ੇ ਖੁੱਲ੍ਹੇ ਨੇ। ਬਹੁਤ ਦੇਰ ਹੋ ਗਈ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਹੋਏ, ਬਹੁਤ ਦੇਰ ਹੋਈ ਹੈ ਕਿ ਅਸੀਂ ਘਰੋਂ ਬਾਹਰ ਨਹੀਂ ਨਿਕਲੇ, ਅਸੀਂ ਘੁੰਮਣ ਨਹੀਂ ਗਏ, ਇਸ ਕਰਕੇ ਬਹੁਤ ਜ਼ਿਆਦਾ ਬੁਕਿੰਗ ਹੈ। ਤਾਂ ਜ਼ਾਹਿਰ ਤੌਰ 'ਤੇ ਬੁਕਿੰਗ ਕਰਨ ਵਾਲੇ ਜੋ ਉੱਥੇ ਕਰਮਚਾਰੀ ਨੇ ਉਹਨਾਂ ਨੂੰ ਮੁਸ਼ਕਿਲ ਤਾਂ ਆਏਗੀ ਹੀ, ਪਰ ਲੋਕਾਂ ਦਾ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਅਸੀਂ ਹੋਪ ਕਰਦੇ ਹਾਂ ਕਿ ਇਹਦੇ ਨਾਲ ਇਕੋਨਮੀ ਅੱਛੀ ਹੋਏਗੀ, ਅਰਥ ਵਿਵਸਥਾ ਵਧੀਆ ਹੋ ਜਾਏਗੀ, ਇਹਦੇ ਨਾਲ ਬਿਜ਼ਨਸ ਅੱਗੇ ਵਧੇਗਾ। ਅਤੇ ਲੋਕਾਂ ਦੀਆਂ ਜਿਹੜੀਆਂ ਮੀਟਿੰਗਸ ਨੇ, ਜਿਵੇਂ ਹੁਣ ਉਹ ਜਾ ਰਹੇ ਨੇ, ਸਾਰੇ ਜਾਣੇ ਮਿਲਣ ਤਾਂ ਨਹੀਂ ਜਾ ਰਹੇ ਹੋਣਗੇ, ਕੁਝ ਲੋਕ ਬਿਜ਼ਨਸ ਮੀਟਿੰਗਸ ਵਾਸਤੇ ਵੀ ਜਾ ਰਹੇ ਹੋਣਗੇ, ਕੁਝ ਲੋਕ ਨਵੇਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਇੱਕ ਅੱਛੀ ਮੂਵ ਹੈ। ਤਾਂ ਗੱਲ ਉਹੀ ਹੈ, ਕਰੋਨਾ ਦੇ ਵਾਸਤੇ ਜੋ ਟੀਕਾਕਰਨ ਹੈ ਉਹ ਪੂਰੀ ਤਰ੍ਹਾਂ ਨਾਲ ਤੁਹਾਡਾ ਹੋਇਆ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਗੌਰਮੈਂਟ ਨੇ ਸਾਰੀਆਂ ਇੰਸਟਰਕਸ਼ਨਸ ਜਾਰੀ ਕੀਤੀਆਂ ਨੇ, ਇੰਜੈਕਸ਼ਨਸ ਲੱਗੇ ਹੋਣ ਔਰ ਕੋਵਿਡ ਦੀ ਜਿਹੜੀ ਰਿਪੋਰਟ ਹੈ ਨੈਗੇਟਿਵ ਹੋ ਗਈ। ਅਗਲੀ ਖਬਰ ਹੈ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ, ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੇ ਜਿਹੜਾ ਹਵਾਈ ਅੱਡਾ ਹੈ ਉਹ ਕਾਫੀ ਮਸ਼ਹੂਰ ਹੈ ਪੰਜਾਬੀਆਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇਹ ਵੀ ਹਮੇਸ਼ਾ ਟਾਈਮ ਟੂ ਟਾਈਮ ਮੰਗ ਉੱਠਦੀ ਰਹੀ ਹੈ ਕਿ ਅਮਰੀਕਾ ਦੇ ਲਈ ਸਿੱਧੀਆਂ ਜਿਹੜੀਆਂ ਫਲਾਈਟਸ ਆ, ਕੈਨੇਡਾ ਦੇ ਲਈ ਸਿੱਧੀਆਂ ਫਲਾਈਟਸ ਆ, ਉੱਥੋਂ ਸ਼ੁਰੂ ਕੀਤੀਆਂ ਜਾਣ। ਫਿਲਹਾਲ ਇੱਕ ਵਾਰੀ ਫਿਰ ਤੋਂ ਮੰਗ ਪੱਤਰ ਵੀ ਦਿੱਤਾ ਗਿਆ, ਬਾਰ-ਬਾਰ ਦਿੰਦਾ ਜਾਂਦਾ ਹੈ ਸਮੇਂ ਟਾਈਮ ਦੇ ਉੱਤੇ ਮੰਗ ਪੱਤਰ। ਪਰ ਹੁਣ ਇਹ ਹੈ ਕਿ ਗੋ ਫਸਟ ਏਅਰਲਾਈਨਸ ਨੇ, ਸੋ ਜਿਹੜੀ ਇਹ ਫਲਾਈਟਸ ਨੇ ਸ਼ੁਰੂ ਹੋ ਚੁੱਕੀਆਂ ਨੇ, ਲੋਕਲ ਫਲਾਈਟਸ ਗੋ ਫਸਟ ਦੀਆਂ। ਔਰ ਅੰਮ੍ਰਿਤਸਰ ਤੋਂ ਦਿੱਲੀ, ਅੰਮ੍ਰਿਤਸਰ ਤੋਂ ਬੰਬਈ ਤੇ ਸ਼੍ਰੀਨਗਰ ਦੀ ਇਹ ਫਲਾਈਟਸ ਨੇ, ਜਿਸ ਦੇ ਨਾਲ ਫਾਇਦਾ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ, ਪ੍ਰਵਾਸੀ ਭਾਰਤੀਆਂ ਨੂੰ ਵੀ ਹੋਏਗਾ, ਕਿਉਂਕਿ ਉਹਨਾਂ ਨੇ ਆਮ ਤੌਰ ਤੇ ਦਿੱਲੀ, ਬੰਬੇ ਜੇ ਕਿਤੇ ਜਾਣਾ ਹੁੰਦਾ, ਜਾਂ ਸ਼੍ਰੀਨਗਰ, ਆਮ ਤੌਰ ਤੇ ਜੰਮੂ ਕਸ਼ਮੀਰ ਲੋਕ ਘੁੰਮਣ ਜਾਂਦੇ ਆ ਪੰਜਾਬੀ ਕਾਫੀ ਜ਼ਿਆਦਾ ਉੱਥੋਂ ਦਾ ਮੌਸਮ ਦੇ ਹਿਸਾਬ ਦੇ ਨਾਲ, ਹੈ ਨਾ। ਸੋ ਉਹਨਾਂ ਦੇ ਲਈ ਵੀ ਇਹ ਬਹੁਤ ਵੱਡਾ ਫਾਇਦਾ ਹੋਣ ਵਾਲਾ ਹੈ ਜੇ ਇਹ ਫਲਾਈਟਸ ਖੁੱਲ ਰਹੀਆਂ ਨੇ। ਤੇ ਨਾਲ ਦੇ ਨਾਲ ਇੱਕ ਚੀਜ਼ ਇਹ ਵੀ ਹੈ ਕਿ ਜੇ ਇਹ ਫਲਾਈਟਸ ਖੁੱਲੀਆਂ ਨੇ ਤਾਂ ਆਮਦ ਵਧੇਗੀ। ਸੋ ਨਾਲ ਦੇ ਨਾਲ, ਹੈ ਨਾ, ਪੰਜਾਬ ਦੇ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਲਈ ਵੀ ਇਹ ਹਵਾਈ ਅੱਡਾ ਅੰਮ੍ਰਿਤਸਰ ਦਾ ਕਾਫੀ ਅਹਿਮ ਭੂਮਿਕਾ ਨਿਭਾ ਦਿੰਦਾ ਹੈ। ਬਿਲਕੁਲ ਜੀ, ਨੇੜੇ ਪੈਂਦਾ ਹੈ, ਇਸ ਕਰਕੇ ਲੋਕ ਜ਼ਿਆਦਾ ਯੂਜ਼ ਕਰਦੇ ਨੇ, ਔਰ ਇੰਨੀਆਂ ਜ਼ਿਆਦਾ ਫਲਾਈਟਸ ਸ਼ੁਰੂ ਹੋਣ ਤਾਂ ਹੋਰ ਜ਼ਿਆਦਾ ਹੀ ਫਾਇਦੇਮੰਦ ਹੋਏਗਾ, ਕਿਉਂਕਿ ਟੂਰਿਜ਼ਮ ਇੰਡਸਟਰੀ ਦਾ ਵੀ ਫਾਇਦਾ ਹੋਣ ਜਾ ਰਿਹਾ ਹੈ। ਜਿਸ ਤਰ੍ਹਾਂ ਜੰਮੂ ਕਸ਼ਮੀਰ ਲੋਕ ਜਾਣਗੇ, ਟੂਰਿਜ਼ਮ ਇੰਡਸਟਰੀ ਆਪਣੇ ਆਪ ਵਿੱਚ ਇੱਕ ਖਾਸ ਸਥਾਨ ਰੱਖਦੀ ਹੈ ਇਕੋਨਮੀ ਦੇ ਵਿੱਚ, ਕਿਉਂਕਿ ਲੋਕ ਜਿੰਨੇ ਜ਼ਿਆਦਾ ਘੁੰਮਣ ਆਉਣਗੇ, ਸੈਲਾਨੀ ਆਉਣਗੇ, ਉਹਨਾਂ ਬਿਜ਼ਨਸ ਵਧੇਗਾ। ਬਾਹਰੋਂ ਆਉਣਗੇ ਤਾਂ ਜ਼ਾਹਿਰ ਤੌਰ 'ਤੇ ਕਿ ਬਾਹਰ ਦੀ ਜੋ ਕਰੰਸੀ ਹੈ ਉਹਦੀ ਵੈਲਿਊ ਦੇ ਮੁਤਾਬਿਕ, ਸਾਡੀ ਇੰਡੀਆ ਦੀ ਕਰੰਸੀ ਦੀ ਵੈਲਿਊ ਦੇ ਮੁਤਾਬਿਕ ਇਕੋਨਮੀ ਹੋਰ ਜ਼ਿਆਦਾ ਵਧੀਆ ਹੋ ਸਕਦੀ ਹੈ। ਸੋ ਜੋ ਵੀ ਇਹ ਸਾਰੀਆਂ ਫਲਾਈਟਸ ਸ਼ੁਰੂ ਹੋ ਰਹੀਆਂ ਨੇ ਆਫਟਰ ਕੋਵਿਡ, ਇਹਦਾ ਸਾਨੂੰ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ ਹੈ। ਗੋ ਫਸਟ ਦਾ ਖਾਸ ਕਰਕੇ ਐਪਰੀਸੀਏਸ਼ਨ ਦੇ ਲਾਇਕ ਹੈ, ਕਿਉਂਕਿ ਇਹਦਾ ਵੱਡਾ ਸਟੈਪ ਲੈਣ ਜਾ ਰਹੀ ਹੈ, ਇੰਨੀਆਂ ਨਵੀਆਂ ਫਲਾਈਟਸ ਸ਼ੁਰੂ ਕਰ ਰਹੀ ਹੈ। ਇਹਦੇ ਨਾਲ ਨਾਲ ਜੇ ਗਵਰਨਮੈਂਟ ਵੱਲੋਂ ਵੀ ਇਨੀਸ਼ੀਏਟਿਵ ਹੋਵੇ ਇਹਨਾਂ ਕੰਪਨੀਜ਼ ਨੂੰ ਜਿਹੜੀਆਂ ਫਲਾਈਟਸ ਦਿੰਦੀਆਂ ਨੇ, ਜਾਂ ਫਲਾਈਟਸ ਦੇ ਵਿੱਚ
ਜਿਹੜੇ ਫੇਅਰਸ ਨੇ, ਕਿਰਾਏ ਨੇ, ਉਹਦੇ ਵਿੱਚ ਵੀ ਥੋੜਾ ਬਹੁਤ ਰਾਹਤ ਮਿਲੇ ਜੇ ਨਾਗਰਿਕਾਂ ਨੂੰ, ਜੇ ਕਸਟਮਰਸ ਨੂੰ ਜਿਹੜੇ ਆ ਰਹੇ ਨੇ ਕਲਾਇੰਟਸ, ਤਾਂ ਹੋਰ ਵੀ ਜ਼ਿਆਦਾ ਫਾਇਦਾ ਹੋਏ, ਹੋਰ ਜ਼ਿਆਦਾ ਉਤਸ਼ਾਹ ਦੇ ਨਾਲ ਲੋਕ ਆਉਣਗੇ। ਬਿਲਕੁਲ। ਅਗਲੀ ਖਬਰ ਹੈ ਕੈਲੀਫੋਰਨੀਆ ਦੇ ਪ੍ਰਾਂਤ ਯੂਬਾ ਸਿਟੀ ਦੀ। ਯੂਬਾ ਸਿਟੀ ਦਾ ਨਗਰ ਕੀਰਤਨ ਬਹੁਤ ਹੀ ਮਕਬੂਲ ਨਗਰ ਕੀਰਤਨ ਹੈ ਔਰ ਜਿੱਦਾਂ ਪੰਜਾਬ ਦੇ ਵਿੱਚ ਨਗਰ ਕੀਰਤਨ ਨੂੰ ਲੈ ਕੇ ਇੱਕ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ, ਉਸੇ ਤਰੀਕੇ ਦੇ ਨਾਲ ਯੂਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਹੈ ਇੱਕ ਮੋਸਟ ਅਵੇਟਡ ਨਗਰ ਕੀਰਤਨ ਹੁੰਦੇ ਨੇ, ਜਿੱਥੇ ਹੁੰਦਾ ਕਿ ਸਾਰੀਆਂ ਸੰਗਤਾਂ ਸ਼ਿਰਕਤ ਕਰਨ, ਪਹੁੰਚਣ। ਸੋ ਉਹ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋ ਗਿਆ। ਸੰਜੀਵ ਜੀ, ਸਭ ਤੋਂ ਖਾਸ ਗੱਲ, ਮਤਲਬ ਹਰ ਪੁਆਇੰਟ ਹੀ ਖਾਸ ਹੁੰਦਾ ਨਗਰ ਕੀਰਤਨ ਦਾ, ਪਰ ਪੰਜਾਬੀ ਲੱਸੀ ਦੇ ਸਟਾਲ ਲੱਗੇ, ਗੰਨੇ ਦੇ ਰਸ ਦੇ ਸਟਾਲ ਲੱਗੇ। ਸੋ ਕਿੰਨੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਪੰਜਾਬੀ ਕਲਚਰ ਦੇ ਨਾਲ ਜੁੜੀਆਂ ਹੋਈਆਂ ਝਾਕੀਆਂ ਵੀ ਉੱਥੇ ਸਜਾਈਆਂ ਗਈਆਂ ਸਿੱਖੀਜ਼ਮ ਦੇ ਨਾਲ। ਇਹ ਬਹੁਤ ਹੀ ਮਤਲਬ ਵਿਦੇਸ਼ਾਂ 'ਚ ਰਹਿੰਦੇ ਹੋਏ ਇਹ ਸਾਰਾ ਕੁਝ ਵੇਖਣ ਨੂੰ ਮਿਲਣਾ ਆਪਣੇ ਆਪ 'ਚ ਬੰਦੇ ਨੂੰ ਇੱਦਾਂ ਲੱਗਦਾ ਹੈ ਕਿ ਆਤਮਾ ਤ੍ਰਿਪਤ ਹੋ ਗਈ। ਬਿਲਕੁਲ ਜੀ, ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਕਿ ਸ਼ਾਨੋ ਸ਼ੌਕਤ, ਉਹਦੇ ਵਿੱਚ ਸਿੰਪਲਿਸਿਟੀ ਹੈ। ਸਿੰਪਲਿਸਿਟੀ ਸਾਡੀ ਸ਼ਾਨੋ ਸ਼ੌਕਤ ਹੈ, ਕਿਉਂਕਿ ਅਕਸਰ ਕਹਿੰਦੇ ਨੇ ਕਿ ਸਾਦਗੀ ਮੇਂ ਕਿਆ ਮਜ਼ਾ ਹੈ, ਸ਼ੌਖੀਆਂ ਕੋ ਕਿਆ ਪਤਾ ਹੈ। ਇੱਕ ਸ਼ੇਰ ਬੋਲਿਆ ਜਾਂਦਾ ਹੈ, ਵਾਕਈ ਸ਼ੌਖੀਆਂ ਨੂੰ ਨਹੀਂ ਪਤਾ ਕਿ ਸਾਦਗੀ 'ਚ ਕੀ ਮਜ਼ਾ ਹੁੰਦਾ ਹੈ। ਨਗਰ ਕੀਰਤਨ ਹਮੇਸ਼ਾ ਸਾਦਗੀ ਨੂੰ ਸਮਰਪਿਤ ਹੈ। ਪੰਜਾਬੀ ਲੱਸੀ ਦੇ ਸਟਾਲ ਲੱਗੇ ਨੇ, ਗੰਨੇ ਦੇ ਰਸ ਦੇ ਸਟਾਲ ਲੱਗੇ ਨੇ, ਔਰ ਅਸੀਂ ਜਾਣੇ ਜਾਂਦੇ ਹਾਂ ਪੰਜਾਬੀ ਛਬੀਲਾਂ ਲੱਗਦੀਆਂ ਨੇ। ਇਹ ਪੰਜਾਬ ਦਾ ਹੀ ਕਲਚਰ ਹੈ, ਹਰ ਥਾਂ ਦੇ ਉੱਤੇ ਛਬੀਲਾਂ ਦਾ ਕਲਚਰ ਗਿਆ ਹੈ। ਨਾਲ ਦੀ ਨਾਲ ਬਾਬਾ ਨਾਨਕ ਦਾ ਲੰਗਰ ਜੋ ਹਰ ਵਕਤ ਹਰ ਥਾਂ ਤੇ ਲੱਗਦਾ ਹੈ, ਕਿਤੇ ਕਿਸੇ ਨੂੰ ਲੋੜ ਹੋਵੇ ਉੱਥੇ ਵੀ ਅਸੀਂ ਪਹੁੰਚਦੇ ਹਾਂ, ਖੁਸ਼ੀਆਂ ਵਿੱਚ ਵੀ ਪਹੁੰਚਦੇ ਹਾਂ, ਦੁੱਖ ਦਰਦ ਦੇ ਵਿੱਚ ਵੀ ਨਾਲ ਖੜੇ ਹੁੰਦੇ ਹਾਂ। ਸੋ ਇਹ ਸੰਦੇਸ਼ ਜੋ ਪੰਜਾਬ ਦੀ ਧਰਤੀ ਤੋਂ ਜਾਂਦਾ ਹੈ ਪੂਰੇ ਵਿਸ਼ਵ ਨੂੰ, ਇਹ ਇੱਕ ਖਾਸ ਸੰਦੇਸ਼ ਹੈ। ਸੋ ਸਾਡੇ ਸਾਰਿਆਂ ਵਾਸਤੇ ਇਹ ਸੁਖਾਵਾਂ ਮਾਹੌਲ ਹੈ, ਸੁਖਾਵੀਂ ਖਬਰ ਹੈ ਕਿ ਨਗਰ ਕੀਰਤਨ ਆਪਣੇ ਪੂਰੇ ਸਾਦਗੀ ਦੇ ਨਾਲ ਸੰਪੰਨ ਹੋਇਆ, ਤੇ ਜਿੰਨਾ ਕਦਰਾਂ ਕੀਮਤਾਂ ਦੀ ਗੱਲ ਗੁਰੂ ਬਾਬਾ ਕਹਿੰਦੇ ਨੇ ਉਹਨਾਂ ਦੇ ਮੁਤਾਬਿਕ ਅਸੀਂ ਇਹ ਸਾਰਾ ਸੰਪੂਰਨ ਕੀਤਾ, ਸੰਪੰਨ ਕੀਤਾ। ਅਗਲੀ ਖਬਰ ਪੰਜਾਬ ਤੋਂ ਕਿ ਪੰਜਾਬ ਵਿਧਾਨ ਸਭਾ ਦਾ ਜੋ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ, ਵੀਰਵਾਰ ਤੱਕ ਉਹਨੂੰ ਪੋਸਟਪੋਨ ਕੀਤਾ ਗਿਆ, ਮੁਲਤਵੀ ਕਰ ਦਿੱਤਾ ਗਿਆ ਹੈ। ਸੋ ਉੱਥੇ ਜੋ ਸਭ ਇਕੱਠੇ ਹੋਏ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਤੇ ਫਿਰ ਕਈ ਕਾਰਨਾਂ ਕਰਕੇ ਉਹ ਮੁਲਤਵੀ ਕਰਨਾ ਪਿਆ। ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਮੁੱਦੇ ਨੇ ਪੰਜਾਬ ਦੀਆਂ ਇਲੈਕਸ਼ਨਸ ਨੂੰ ਲੈ ਕੇ, ਪੰਜਾਬ ਦੇ ਵਿੱਚ ਜਿਹੜੇ ਉੱਠੇ ਹੋਏ ਮੁੱਦੇ ਨੇ, ਕਿਸਾਨੀ ਦਾ ਮੁੱਦਾ ਹੈ, BSF ਦਾ ਮੁੱਦਾ ਹੈ, ਇਹਨਾਂ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਹੋਏਗੀ। ਬੇਅਦਬੀ ਦਾ ਵੀ ਮੁੱਦਾ ਹੈ, ਡਰੱਗਸ ਦਾ ਵੀ ਮੁੱਦਾ ਹੈ, ਮੁੱਦੇ ਤਾਂ ਬਹੁਤ ਜ਼ਿਆਦਾ ਨੇ, ਪਰ ਇਹਨਾਂ ਉੱਤੇ ਇੱਕ ਸੀਰੀਅਸ ਡਿਸਕਸ਼ਨ ਹੋਏਗੀ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਨਤੀਜੇ ਤੇ ਅਸੀਂ ਜ਼ਰੂਰ ਪਹੁੰਚੀਏ। ਜੀ ਬਿਲਕੁਲ। ਔਰ 9 ਤੇ 10 ਨਵੰਬਰ ਦੀ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਵਿਧਾਨ ਸਭਾ ਇਜਲਾਸ ਦੇ ਵਿੱਚ। 11 ਨਵੰਬਰ ਤੋਂ ਦੁਬਾਰਾ ਸ਼ੁਰੂ ਹੋਏਗਾ। ਮੁਲਤਵੀ ਕਰਨ ਦੇ ਕਾਰਨ ਹਲੇ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਹੋ ਸਕੇ, ਪਰ ਇੰਨਾ ਜ਼ਰੂਰ ਹੈ ਕਿ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਇਸ ਦੇ ਵਿੱਚ ਹਿੱਸਾ ਨਹੀਂ ਲੈਣਗੇ ਇਸ ਵਾਰੀ। ਸੋ ਦੇਖੋ ਕੀ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਹੁੰਚਦੇ ਨੇ ਜਾਂ ਨਹੀਂ ਪਹੁੰਚਦੇ। ਬਿਜਲੀ ਦਾ ਮੁੱਦਾ ਹੋਏਗਾ, ਉਸ ਦੇ ਵਿੱਚ ਬੇਅਦਬੀ ਦਾ ਮੁੱਦਾ ਹੋਏਗਾ, ਤਾਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਹੋਣੀ ਹੈ। ਸੋ ਦੇਖਦੇ ਹਾਂ ਇਸ ਵਿਧਾਨ ਸਭਾ ਇਜਲਾਸ ਦਾ ਕੀ ਸਿੱਟਾ ਨਿਕਲਦਾ ਹੈ। ਬਿਲਕੁਲ ਜੀ, ਉਮੀਦ ਇਹੀ ਕਰਨੀ ਚਾਹੀਦੀ ਹੈ ਕਿ ਸੀਰੀਅਸ ਡਿਸਕਸ਼ਨ ਹੋਵੇ, ਕਿਉਂਕਿ ਬਹੁਤ ਹੋ ਗਿਆ। ਕਿੰਨੀ ਕੁ ਦੇਰ ਆਪਾਂ ਲਟਕਾਵਾਂਗੇ ਇਹਨਾਂ ਮੁੱਦਿਆਂ ਨੂੰ? ਇਸ ਕਰਕੇ ਕਿਉਂਕਿ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ ਕਿ ਇੱਕ ਸਹੀ ਰਾਹ ਦੇ ਉੱਤੇ ਸਾਡਾ ਸਭ ਕੁਝ ਚੱਲੇ, ਸਾਡਾ ਪ੍ਰਾਂਤ, ਸਾਡਾ ਪੰਜਾਬ ਸਹੀ ਰਾਹ ਦੇ ਉੱਤੇ ਜਾਏ, ਸਭ ਤਰੱਕੀ ਕਰਨ, ਸਭ ਨੂੰ ਮੌਕੇ ਮਿਲਣ, ਰੋਜ਼ਗਾਰ ਦੇ ਸਭ ਨੂੰ ਮੌਕੇ ਮਿਲਣ, ਤਰੱਕੀ ਕਰਨ ਦੇ, ਇੱਕ ਵਧੀਆ ਸਟੈਂਡਰਡ ਆਫ ਲਿਵਿੰਗ ਹੋਵੇ। ਹਰ ਬੰਦਾ ਇਸ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਕਰਕੇ ਇਸ ਇਜਲਾਸ ਦਾ ਜੋ ਵੀ ਨਤੀਜਾ ਨਿਕਲੇ ਸਕਾਰਾਤਮਕ ਹੋਵੇ, ਇਸ ਦੀ ਅਸੀਂ ਮਨਸ਼ਾ ਰੱਖਦੇ ਹਾਂ ਸਾਰੇ ਹੀ ਪੰਜਾਬ ਦੇ ਵਾਸੀ। ਅਗਲੀ ਖਬਰ ਵੀ ਪੰਜਾਬ ਦੇ ਨਾਲ ਜੁੜੀ ਹੋਈ ਹੈ। ਨਵਜੋਤ ਸਿੰਘ ਸਿੱਧੂ ਹੋਣਾ ਨੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਔਰ ਆਪਣੇ ਸਟਾਈਲਿਸ਼ ਵੇ ਦੇ ਨਾਲ ਸਾਰਿਆਂ ਦੇ ਸਾਹਮਣੇ ਹਾਜ਼ਰ ਹੋਏ ਕਾਨਫਰੰਸ ਦੇ ਦੌਰਾਨ। ਕਈ ਵਾਰੀ ਨਾ ਨਵਜੋਤ ਸਿੰਘ ਸਿੱਧੂ ਹੋਣੀ ਇਦਾਂ ਦੇ ਸਟਾਈਲ 'ਚ ਗੱਲ ਕਰਦੇ ਆ, ਮੈਂ ਦੇਖਦੀ ਹੁੰਦੀ ਆ ਕੀ ਹੋ ਰਿਹਾ ਹੈ। ਜਿੱਦਾਂ ਇੱਕ ਦਿਨ ਉਹ ਕਹਿ ਰਹੇ ਸੀਗੇ ਕਿ ਅਸੀਂ ਇੱਕ ਮੁੱਖ ਮੰਤਰੀ ਲਾਇਆ, ਦੂਜਾ ਲਾਇਆ, ਇੱਕ ਲਾਇਆ, ਦੂਜਾ ਲਾਇਆ। ਸੋ ਉਸ ਵਰਡ ਦੀ ਜਿਹੜੀ ਖੇਡ ਹੈ ਉਸਨੂੰ ਉਹ ਖੇਡ ਰਹੇ ਸੀ ਮੀਡੀਆ ਦੇ ਨਾਲ, ਪਰ ਬੜੇ ਹੀ ਡਰਾਮੈਟਿਕ ਵੇ ਦੇ ਵਿੱਚ। ਸੋ ਮੈਨੂੰ ਨਹੀਂ ਲੱਗਦਾ ਕਿ ਉੱਥੇ ਸਾਨੂੰ ਕਲਾਕਾਰਾਂ ਦੀ ਜ਼ਰੂਰਤ ਹੈ, ਅਦਾਕਾਰਾਂ ਦੀ ਜ਼ਰੂਰਤ ਹੈ। ਜਿਹੜੀ ਅਦਾਕਾਰੀ ਉਹ ਇਹਨਾਂ ਕਾਨਫਰੰਸਿਸ ਦੇ ਦੌਰਾਨ ਦਿਖਾਉਂਦੇ ਨੇ, ਉੱਥੇ ਇੱਕ ਸੀਰੀਅਸ ਟਾਕ ਦੀ ਜ਼ਰੂਰਤ ਹੁੰਦੀ ਹੈ, ਮੁੱਦਿਆਂ ਦੀ ਜ਼ਰੂਰਤ ਹੁੰਦੀ ਹੈ। ਇੱਕ ਗੱਲ ਕਾਫੀ ਮਕਬੂਲ ਹੈ ਪੰਜਾਬ ਦੇ ਵਿੱਚ, ਨਵਜੋਤ ਸਿੰਘ ਸਿੱਧੂ ਹੋਣਾ ਦੀ ਸਭ ਤੋਂ ਵੱਡੀ ਕਮੀ ਇਹ ਹੈ ਕਿ ਉਹ ਜ਼ਰੂਰਤ ਤੋਂ ਜ਼ਿਆਦਾ ਇਮਾਨਦਾਰ ਨੇ। ਪਰ ਇੱਕ ਗੱਲ ਚਲੋ ਮੈਂ ਮੰਨਦੀ ਹਾਂ ਕਿ ਜ਼ਰੂਰਤ ਤੋਂ ਜ਼ਿਆਦਾ ਇਮਾਨਦਾਰ ਨੇ, ਪਰ ਰੌਲਾ ਵੀ ਬਹੁਤ ਪਾਉਂਦੇ ਆ, ਸਿੱਟੇ ਘੱਟ ਦਿੰਦੇ ਆ। ਸੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਤੇ ਵੀ ਉਹਨਾਂ ਨੇ ਪਹਿਲਾਂ ਕੁਝ ਦਿਨ ਸਿੱਧੇ ਨਿਸ਼ਾਨੇ ਸਾਧੇ ਸੀ। ਕਾਫੀ ਕੜਵੇ ਬੋਲ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਦੇ ਲਈ ਬੋਲੇ ਸੀ ਜੋ ਸ਼ੋਭਾ ਨਹੀਂ ਦਿੰਦੇ, ਤੇ ਹੁਣ ਉਹਨਾਂ ਨੇ CM ਚੰਨੀ ਦੇ ਉੱਤੇ ਵੀ ਦੁਬਾਰਾ ਨਿਸ਼ਾਨੇ ਸਾਧੇ ਨੇ।
ਬਿਲਕੁਲ ਨਵਜੋਤ ਸਿੱਧੂ ਜੀ ਇਸ ਗੱਲ ਕਰਕੇ ਜਾਣੇ ਜਾਂਦੇ ਨੇ, ਹਮੇਸ਼ਾ ਉਹਨਾਂ ਨੇ ਖਲੇਰਾ ਪਾਉਣਾ ਹੈ, ਡਰਾਮਾ ਕਰਨਾ ਹੈ, ਹਮੇਸ਼ਾ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਏਗੀ, ਪਰ ਉਹਦੇ ਚੋਂ ਨਿਕਲੇਗਾ ਕੀ? ਕਈ ਵਾਰ ਤਾਂ ਕਈ ਲੋਕ ਕਹਿੰਦੇ ਨੇ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਈ ਹੈ ਇਹਦੇ ਵਿੱਚ ਕੀ ਗੱਲਬਾਤ ਹੋਈ ਹੈ, ਜੇ ਰੱਬ ਦਾ ਵਾਸਤਾ ਤੁਹਾਨੂੰ ਕਿਸੇ ਨੂੰ ਸਮਝ ਆਈ ਹੋਵੇ ਤਾਂ ਮੈਨੂੰ ਵੀ ਸਮਝਾ ਦਿਓ। ਲਾਇਆ ਸੀ ਸੋ ਇਹ ਸਭ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਸੋ ਡਰਾਮਾ ਕ੍ਰੀਏਟ ਕਰਨਾ ਤਾਂ ਉਹਨਾਂ ਦਾ ਸਟਾਈਲ ਹੈ, ਹਰ ਇੱਕ ਨੂੰ ਪਤਾ ਹੈ। ਟੈਲੀਵਿਜ਼ਨ ਸ਼ੋਜ਼ ਦੇ ਵਿੱਚ ਆਉਂਦੇ ਰਹੇ ਨੇ, ਸ਼ਾਇਦ ਉਸੇ ਦਾ ਹੀ ਨਸ਼ਾ ਹੈ, ਉਸੇ ਦੀ ਆਦਤ ਪੈ ਚੁੱਕੀ ਹੈ। ਪਰ ਜਦੋਂ ਆਪਾਂ ਕਹਿੰਦੇ ਆ ਕਿ ਪੋਲਿਟਿਕਸ ਦੀ ਗੱਲ ਹੋ ਰਹੀ ਹੈ, ਪਬਲਿਕ ਦੇ ਸਾਹਮਣੇ ਅਸੀਂ ਆਏ ਹਾਂ, ਰੀਅਲ ਲਾਈਫ ਵਿੱਚ ਆਏ ਹਾਂ, ਰੀਅਲ ਲਾਈਫ ਤੋਂ ਜਦੋਂ ਰੀਅਲ ਲਾਈਫ 'ਚ ਆਏ ਹਾਂ ਤਾਂ ਲੋਕੀ ਕੁਝ ਸੰਜੀਦਗੀ ਮੰਗਦੇ ਨੇ, ਸੀਰੀਅਸਨੈਸ ਮੰਗਦੇ ਨੇ। ਉਹਨਾਂ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਨੇਤਾ ਹੈ ਸਾਡੇ ਸਾਹਮਣੇ, ਇਹ ਕਿੰਨਾ ਕੁ ਸੀਰੀਅਸ ਹੈ ਸਾਡੇ ਮੁੱਦਿਆਂ ਨੂੰ ਲੈ ਕੇ, ਇਹ ਸਾਨੂੰ ਐਂਟਰਟੇਨ ਕਰ ਰਿਹਾ ਹੈ ਕਿ ਵਾਕਈ ਸਾਡੇ ਬਾਰੇ ਸੰਜੀਦਾ ਹੈ, ਸਾਡੇ ਬਾਰੇ ਸੋਚ ਰਿਹਾ ਹੈ। ਤਾਂ ਇਸ ਕਰਕੇ ਕੀ ਹੈ ਕਿ ਉਹਨਾਂ ਨੂੰ ਥੋੜਾ ਸਟਾਈਲ ਆਪਣਾ ਚੇਂਜ ਕਰਨਾ ਪਏਗਾ। ਇਹ ਤਾਂ ਲੋਕ ਉਹਨਾਂ ਨੂੰ ਡਰਾਮੇਬਾਜ਼ ਹੀ ਕਹਿੰਦੇ ਪਏ ਨੇ। ਤੁਸੀਂ ਸਾਰੇ ਜਾਣਦੇ ਹੋ, ਵੱਡੇ ਵੱਡੇ ਪੋਲੀਟੀਕਲ ਲੀਡਰਸ ਦੀ ਸਟੇਟਮੈਂਟਸ ਵਿੱਚ ਆਉਂਦੇ ਨੇ ਕਿ ਇਹ ਡਰਾਮਾ ਕ੍ਰੀਏਟ ਕਰਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ। ਬੜੀ ਸ਼ੇਰ ਔਰ ਸ਼ਾਇਰੀ ਹੋਏਗੀ, ਵੱਡੀਆਂ ਵੱਡੀਆਂ ਗੱਲਾਂ ਹੋਣਗੀਆਂ ਔਰ ਵੱਡੇ ਵੱਡੇ ਵਾਅਦੇ ਹੋਣਗੇ। ਬਹੁਤ ਵਧੀਆ ਗੱਲ ਹੈ, ਪਰ ਗੱਲ ਫਿਰ ਉੱਥੇ ਆਉਂਦੀ ਹੈ ਕਿ ਪੈਸਾ ਕਿੱਥੋਂ ਆਏਗਾ। ਜੋ ਸੀਰੀਅਸ ਇਸ਼ੂ ਹੈ ਕਿ ਪੰਜਾਬ ਦਾ ਤੁਸੀਂ ਇੰਨਾ ਕੁਝ ਕਰਨਾ ਚਾਹੁੰਦੇ ਹੋ, ਇੰਨਾ ਵਿਕਾਸ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਸੋਰਸਿਸ ਕੀ ਨੇ? ਇਸ ਕਰਕੇ ਸੀਰੀਅਸਨੈਸ ਪਬਲਿਕ ਚਾਹੁੰਦੀ ਹੈ, ਕਿਉਂਕਿ ਪਬਲਿਕ ਨੇ ਬਹੁਤ ਭੁਗਤ ਲਿਆ ਹੈ, ਬਹੁਤ ਐਂਟਰਟੇਨਮੈਂਟ ਹੋ ਗਈ। ਹੁਣ ਕੁਝ ਸੀਰੀਅਸ ਗੱਲ ਕੀਤੀ ਜਾਏ। ਤੇ ਹੁਣ ਅਗਲੀ ਸੀਰੀਅਸ ਗੱਲ ਕਰਨੀ ਸੀ ਮੈਂ ਖਬਰ, ਪਰ ਮੈਨੂੰ ਲੱਗਾ ਕਿ ਇਸ ਗੱਲ ਦੇ ਨਾਲ ਇਹ ਗੱਲ ਜੁੜਦੀ ਹੈ, ਕਿਤੇ ਕਿਤੇ ਜੁੜਦੀ ਹੈ। ਗੱਲ ਡਰਾਮਿਆਂ ਦੀ ਹੋ ਰਹੀ ਹੈ ਤੇ ਕੱਲ ਦੀ ਇੱਕ ਬੜੀ ਖਬਰ ਮਕਬੂਲ ਹੋ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਫੁੱਟਬਾਲ ਖੇਡਿਆ। ਪਹਿਲਾਂ ਤਾਂ ਇਹ ਖਬਰ ਚੱਲ ਰਹੀ ਸੀਗੀ ਕਿ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਹਾਕੀ ਖੇਡੀ ਪ੍ਰਗਟ ਸਿੰਘ ਦੇ ਨਾਲ। ਹੁਣ ਕਹਿੰਦੇ ਨੇ ਕਿ ਜਿੱਦਾਂ ਹੀ ਚੰਨੀ ਸਾਹਿਬ ਦੀ ਹਾਕੀ ਖਤਮ ਹੋਈ ਹੈ, ਸੁਖਬੀਰ ਬਾਦਲ ਹੁਣਾਂ ਦਾ ਫੁੱਟਬਾਲ ਸ਼ੁਰੂ ਹੋ ਗਿਆ। ਔਰ ਸਿੱਧੂ ਸਾਹਿਬ ਪਹਿਲਾਂ ਹੀ ਕ੍ਰਿਕਟ ਖੇਡਦੇ ਰਹੇ ਨੇ। ਮੈਨੂੰ ਲੱਗਦਾ ਕਿ ਹੁਣ ਜਿਹੜੀ ਸਾਡੀ ਪੰਜਾਬ ਸਰਕਾਰ ਹੈ, ਖੇਡ ਸਰਕਾਰ ਹੋ ਜਾਣੀ ਹੈ। ਵਧੀਆ ਸਪੋਰਟਸ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਫਿਟਨੈਸ ਦੀ ਗੱਲ ਹੋ ਰਹੀ ਹੈ। ਖੇਡ ਕੇ ਹੀ ਦਿਖਾਉਂਦੇ ਆ, ਪੈਸਾ ਨਹੀਂ ਨਾ ਲਾਉਂਦੇ। ਹਾਕੀ ਤੇ ਤਾਂ ਪੈਸਾ ਸਾਰਾ ਉੜੀਸਾ ਸਰਕਾਰ ਲਾਉਂਦੀ ਰਹੀ ਹੈ। ਜਦਕਿ ਨੈਸ਼ਨਲ ਗੇਮ ਹੈ, ਪੰਜਾਬੀ ਖੇਡਦੇ ਨੇ ਹਾਕੀ, ਪੰਜਾਬੀਆਂ ਦੀ ਪਛਾਣ ਹਾਕੀ ਤੋਂ ਹੈ। ਸੋ ਵਧੀਆ ਹੈ, ਸਪੋਰਟਸ ਦੇ ਵਿੱਚ ਆਉਣਾ ਚਾਹੀਦਾ ਹੈ। ਸਪੋਰਟਸ ਦੇ ਵਿੱਚ ਫਿਟਨੈਸ ਦੀ ਜ਼ਰੂਰਤ ਹੈ ਔਰ ਇਹਨਾਂ ਲੀਡਰਸ ਨੂੰ ਵੀ ਫਿਟਨੈਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸੀਰੀਅਸਲੀ ਤਾਂ ਹੀ ਤਾਂ ਕੰਮ ਕਰਨਗੇ ਜੇ ਬੋਡੀ ਫਿਟ ਹੋਏਗੀ। ਸੋ ਠੀਕ ਹੈ, ਫੁੱਟਬਾਲ ਖੇਲਣ ਨੇ ਕੋਈ ਲਾਈਟਰ ਸਾਈਡ ਵੀ ਹੋਣੀ ਚਾਹੀਦੀ ਹੈ ਕਿ ਬੰਦਾ ਫੁੱਟਬਾਲ ਵੀ ਖੇਡ ਲੈਂਦਾ ਹੈ, ਹਾਕੀ ਵੀ ਖੇਡ ਲੈਂਦਾ। ਸ਼ਾਇਦ ਸਿੱਧੂ ਸਾਹਿਬ ਦਾ ਮੁਕਾਬਲਾ ਕਰਨ ਲਈ ਇਸ ਚੀਜ਼ਾਂ ਜ਼ਰੂਰੀ ਨੇ ਕਿ ਤੁਸੀਂ ਕ੍ਰਿਕਟ ਖੇਡਦੇ ਰਹੇ ਹੋ, ਅਸੀਂ ਵੀ ਹਾਕੀ ਖੇਡ ਲੈਂਦੇ ਹਾਂ, ਅਸੀਂ ਵੀ ਫੁੱਟਬਾਲ ਖੇਡਦੇ ਰਹਿੰਦੇ ਹਾਂ। ਹੋ ਸਕਦਾ ਹੈ ਅੱਗੇ ਜਾ ਕੇ ਕੋਈ ਲੀਡਰ ਕਬੱਡੀ ਵੀ ਖੇਡੇ, ਕੁਸ਼ਤੀ ਵੀ ਹੋਵੇ, ਇਹ ਵੀ ਹੋ ਸਕਦਾ ਹੈ। ਬਿਲਕੁਲ। ਤੇ ਹੁਣ ਕੀ ਹੋ ਸਕਦਾ ਹੈ ਪਤਾ ਨਹੀਂ, ਕਿਉਂਕਿ ਜਿੱਦਾਂ ਜਿੱਦਾਂ ਚੋਣਾਂ ਦਾ ਟਾਈਮ ਨੇੜੇ ਆ ਰਿਹਾ, ਇਸ ਵਾਰੀ ਮੈਨੂੰ ਇਦਾਂ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ। ਪਤਾ ਨਹੀਂ ਕਿਹੜੀ ਪਾਰਟੀ ਨੂੰ ਬਹੁਮਤ ਮਿਲੇਗੀ। ਸੋ ਇਹਨਾਂ ਸਭ ਚੀਜ਼ਾਂ ਦੇ ਦਰਮਿਆਨ ਗੁਰਨਾਮ ਸਿੰਘ ਚੜੂਨੀ ਹੋਣਾ ਦਾ ਬਿਆਨ, ਬਿਲਕੁਲ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਵੀ ਪੂਰੇ ਪੰਜਾਬ ਤੋਂ ਹਰ ਸੀਟ ਤੋਂ ਇਲੈਕਸ਼ਨ ਲੜਨਗੇ। ਬਹੁਤ ਵਧੀਆ, ਕਿਉਂਕਿ ਲੋਕਾਂ ਦਾ ਸਾਥ ਵੀ ਹੈ ਤੇ ਉਹਨਾਂ ਦਾ ਇੱਕ ਰਾਜਨੀਤਿਕ ਪਲੇਟਫਾਰਮ ਵੀ ਬਣਿਆ ਹੈ, ਕਾਫੀ ਵੱਡੀ ਗਰਾਊਂਡ ਬਣਾ ਲਈ ਹੈ ਇਸ ਅੰਦੋਲਨ ਕਰਕੇ ਜੋ ਕਿਸਾਨ ਦੇ ਆਗੂ ਨੇ। ਸੋ ਇੱਕ ਬਹੁਤ ਵਧੀਆ ਮੂਵ ਹੈ। ਹੁਣ ਲੋਕ ਕਿੰਨੇ ਕੀ ਸਪੋਰਟ ਕਰਦੇ ਨੇ, ਮੈਨੂੰ ਲੱਗਦਾ ਲੋਕਾਂ ਨੂੰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਕਿਸਾਨਾਂ ਦੇ ਲਈ ਲੜਦੇ ਨੇ, ਕਿਸਾਨਾਂ ਦੇ ਨਾਲ ਨੇ ਔਰ ਉਹਨਾਂ ਦੀ ਪਾਰਟੀ ਕਿਸਾਨਾਂ ਦੀ ਹੀ ਪਾਰਟੀ ਹੋਏਗੀ ਇੱਕ ਤਰੀਕੇ ਨਾਲ। ਕਿਸਾਨਾਂ ਦੀ ਪਾਰਟੀ ਹੈ ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਜੇ ਇਹ ਸੱਤਾ ਚਾਹੁੰਦੇ ਨੇ ਤਾਂ ਕਿਸਾਨੀ ਬਹੁਤ ਵਧੀਆ ਰੂਪ ਦੇ ਵਿੱਚ ਸਾਹਮਣੇ ਆਏਗੀ। ਸੱਚੀ ਕਿਉਂਕਿ ਇਹਨਾਂ ਕੋਲ ਅੰਡਰਸਟੈਂਡਿੰਗ ਹੈ ਕਿ ਕਿਸਾਨੀ ਨੂੰ ਸਮਝਦੇ ਨੇ, ਖੁਦ ਕਿਸਾਨ ਨੇ। ਇਹ ਵੀ ਇੱਕ ਗੱਲ ਸਾਹਮਣੇ ਆਈ ਸੀ ਕਿ ਐਗਰੀਕਲਚਰ ਵਾਸਤੇ ਬਜਟ ਬਿਲਕੁਲ ਅਲੱਗ ਬਣਨਾ ਚਾਹੀਦਾ, ਜਿੱਦਾਂ ਸਿਹਤ ਸੇਵਾਵਾਂ ਵਾਸਤੇ ਬਣਦਾ ਹੈ, ਐਜੂਕੇਸ਼ਨ ਵਾਸਤੇ ਬਣਦਾ ਹੈ, ਐਗਰੀਕਲਚਰ ਵਾਸਤੇ ਵੀ ਇੱਕ ਖਾਸ ਬਜਟ, ਵੱਖਰਾ ਬਜਟ ਹੋਣਾ ਚਾਹੀਦਾ ਹੈ। ਔਰ ਇੱਕ ਗੱਲ ਆਪਾਂ ਬਾਰ-ਬਾਰ ਕਹਿੰਦੇ ਹਾਂ ਕਿ ਸਿਰਫ ਕਿਸਾਨ ਹੀ ਐਸਾ ਹੈ ਜੋ ਆਪਣੀ ਫਸਲ ਦਾ ਮੁੱਲ ਖੁਦ ਤੈਅ ਨਹੀਂ ਕਰ ਸਕਦਾ। ਬਾਕੀ ਸਾਰੇ ਵਪਾਰੀ, ਸਾਰੇ ਦੁਕਾਨਦਾਰ ਆਪਣੀ ਚੀਜ਼ ਦਾ, ਆਪਣੀ ਪ੍ਰੋਡਕਟ ਦਾ ਮੁੱਲ ਖੁਦ ਤੈਅ ਕਰਦੇ ਨੇ। ਨਿੱਕੀਆਂ ਨਿੱਕੀਆਂ ਫਰੋਕਾਂ 2-2 3-3 ਹਜ਼ਾਰ ਦੀਆਂ ਵਿਕਦੀਆਂ ਬੱਚਿਆਂ ਦੀਆਂ। ਤੁਹਾਨੂੰ ਸ਼ੂਜ਼ ਦਾ ਸ਼ੌਕ ਹੈ, ਹੁਣ ਸ਼ੂਜ਼ ਦੇਖੋ ਕਿੰਨੇ ਮਹਿੰਗੇ ਮਿਲਦੇ ਨੇ। ਸੋ ਕਿਸਾਨ ਜਿਹੜਾ ਹੈ ਉਹ ਕਣਕ ਦਾ ਮੁੱਲ ਖੁਦ ਤੈਅ ਨਹੀਂ ਕਰੇਗਾ, ਉਹ ਦੂਸਰੇ ਲੋਕ ਤੈਅ ਕਰਨਗੇ। ਆਪਣੀ ਫਸਲ ਦਾ ਮੁੱਲ ਜੇ ਕਿਸਾਨ ਖੁਦ ਤੈਅ ਕਰੇ ਤਾਂ ਇਹ ਵੀ ਇੱਕ ਅੱਛੀ ਮੂਵ ਹੋ ਸਕਦੀ ਹੈ। ਬਿਲਕੁਲ। ਔਰ ਗੁਰਨਾਮ ਸਿੰਘ ਚੜੂਨੀ ਹੋਣੀ ਜਿਹੜੇ ਹੈ ਹਰ ਟਾਈਮ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹੈ, ਆਮ ਜ਼ਿਮੀਂਦਾਰਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੈ। ਸੋ ਜ਼ਰੂਰੀ ਹੈ ਕਿ ਇਦਾਂ ਦੀ ਸਰਕਾਰ ਆਉਣੀ ਜਿਹੜੀ, ਔਰ ਮੈਂ ਕਹਿੰਦੀ ਹਾਂ ਜਿਹੜੇ ਮੰਤਰੀ ਵੀ ਲੱਗਦੇ ਆ ਨਾ, ਜਿੱਦਾਂ ਹੁਣ ਸਿੱਖਿਆ ਮੰਤਰੀ ਜੇ ਬਣਿਆ, ਉਹਨਾਂ ਨੇ ਖੁਦ ਸਿੱਖਿਆ ਦੇ ਖੇਤਰ 'ਚ ਕੰਮ ਕੀਤਾ ਹੋਵੇ, ਸਿਹਤ ਮੰਤਰੀ ਨੇ ਖੁਦ ਡਾਕਟਰੀ ਦੇ ਮਤਲਬ ਕਿ ਕੰਮ ਕੀਤਾ ਹੋਵੇ। ਸੋ ਇਹ ਚੀਜ਼ਾਂ ਜ਼ਰੂਰੀ ਹੈ। ਅੱਜ ਮੈਂ ਅਖਬਾਰ ਦੇ ਵਿੱਚ ਪੜ੍ਹ ਰਹੀ ਸੀਗੀ ਕਿ ਕੁਝ ਕਿਸਾਨ ਜਿਹੜੇ ਆ ਉਹਨਾਂ ਦੇ ਪੈਰ ਕਾਫੀ ਗੰਦੇ ਸੀਗੇ ਤੇ ਮੰਤਰੀ ਜੀ ਆਉਂਦੇ ਨੇ ਤੇ ਉਹ ਕਹਿੰਦੇ ਨੇ ਤੁਹਾਡੇ ਪੈਰ ਕਿਉਂ ਗੰਦੇ ਆ?
ਕਹਿੰਦੇ ਸਾਡੇ ਖੇਤਾਂ 'ਚ ਮਿੱਟੀ ਹੁੰਦੀ ਹੈ, ਅਸੀਂ ਨੰਗੇ ਪੈਰੀ ਰਹੀਦਾ, ਸਾਡੇ ਪੈਰ ਗੰਦੇ ਹੋ ਜਾਂਦੇ। ਤਾਂ ਮੰਤਰੀ ਜੀ ਕਹਿੰਦੇ ਮੇਰੀ ਸਰਕਾਰ ਆ ਲੈਣ ਦਿਓ, ਮੈਂ ਸਾਰੇ ਖੇਤ 'ਚ ਫਰਸ਼ ਲਵਾ ਦੂੰਗਾ। ਬਹੁਤ ਵਧੀਆ। ਇਤਨੀ ਸੋਹਣੀ ਸੋਚ ਕਿੱਥੋਂ ਮਿਲਦੀ ਹੈ ਸਾਨੂੰ। ਸੋ ਹਾਲਾਂਕਿ ਅਖਬਾਰ ਦੇ ਵਿੱਚ ਇੱਕ ਚੁਟਕਲਾ ਆਇਆ ਹੋਇਆ ਸੀ ਔਰ ਮੈਨੂੰ ਇਦਾਂ ਲੱਗਾ ਗੱਲ ਤਾਂ ਸਹੀ ਕੀਤੀ ਹੈ। ਇਦਾਂ ਦੇ ਹੀ ਵਾਅਦੇ ਹੁੰਦੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਸਹੀ ਹੈ, ਠੀਕ ਹੈ। ਸੋ ਪੈਰ ਤਾਂ ਗੰਦੇ ਹੋਣੇ ਨੇ। ਤੁਸੀਂ ਦੇਖੋ ਨਾ, ਕਈ ਕਵਿਤਾਵਾਂ ਲਿਖੀਆਂ ਗਈਆਂ ਨੇ ਕਿਸਾਨਾਂ ਬਾਰੇ। ਇੱਕ ਥਾਂ ਤੇ ਉਹਨਾਂ ਨੂੰ ਕਿਹਾ ਗਿਆ ਹੈ ਖੇਤਾਂ ਦਾ ਸਾਧੂ। ਉਹ ਵਾਕਈ ਸਾਧੂ ਹੈ, ਸਾਰਿਆਂ ਵਾਸਤੇ ਸਭ ਕੁਝ ਕਰਦਾ, ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਤੇ ਪੈਰ ਲਿਬੜੇ ਹੋਏ ਨੇ ਕਿ ਉਹ ਤਾਂ ਸਾਰਾ ਜਿਸਮ ਹੀ ਮਿੱਟੀ ਨਾਲ ਲਿਬੜਿਆ ਹੁੰਦਾ ਹੈ। ਤੇ ਦੇਖੋ ਉਸ ਬੰਦੇ ਦੇ ਲਈ ਅਸੀਂ ਆਪਣੇ ਦਿਲ ਦੇ ਵਿੱਚ ਜੇ ਅਸੀਂ ਸੰਵੇਦਨਸ਼ੀਲਤਾ ਨਹੀਂ ਰੱਖਦੇ ਕਿਸਾਨ ਦੇ ਲਈ, ਤਾਂ ਫਿਰ ਅਸੀਂ ਇਨਸਾਨ ਹੋਣ ਦੇ ਲਾਇਕ ਨਹੀਂ ਹੈਗੇ। ਜੀ ਬਿਲਕੁਲ। ਔਰ ਬਸ ਇਹੀ ਉਡੀਕ ਰਹੇਗੀ ਹੁਣ ਕਿ ਕਦੋਂ ਗੁਰਨਾਮ ਸਿੰਘ ਚੜੂਨੀ ਹੋਣੀ ਆਪਣੀ ਪਾਰਟੀ ਦੇ ਨਾਮ ਦਾ ਐਲਾਨ ਕਰਦੇ ਨੇ ਔਰ ਸੀਟਾਂ ਦੀ ਵੰਡ ਹੁੰਦੀ ਹੈ, ਕਿਉਂਕਿ ਮੈਂ ਬਹੁਤ ਇੰਟਰਸਟਿਡ ਹੋਊਂਗੀ ਉਹਨਾਂ ਦੀ ਪਾਰਟੀ ਜੇ ਆਉਂਦੀ ਹੈ। ਸਾਰੇ ਇੰਟਰਸਟਿਡ ਹੋਵਾਂਗੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਆ ਨਾ। ਬਿਲਕੁਲ ਜੀ, ਇੱਕ ਨਵਾਂ ਰੂਪ ਦੇਖਣ ਨੂੰ ਮਿਲੇਗਾ। ਅਸੀਂ ਵੀ ਚਾਹੁੰਦੇ ਹਾਂ ਇੱਕ ਨਵਾਂ ਰੂਪ ਦੇਖਣ ਨੂੰ ਮਿਲੇ। ਉਹੀ ਪੁਰਾਣੀਆਂ ਗੱਲਾਂ, ਉਹੀ ਪੁਰਾਣੇ ਚਿਹਰੇ, ਉਹੀ ਪੁਰਾਣੇ ਵਾਅਦੇ, ਉਹੀ ਪੁਰਾਣੀਆਂ ਪਾਰਟੀਆਂ, ਉਹੀ ਪੁਰਾਣੇ ਟਰੈਕ, ਉਹੀ ਪੁਰਾਣੇ ਟਰੈਪ ਮਤਲਬ ਕਿਦਾਂ ਪਬਲਿਕ ਨੂੰ ਚੱਕਰ ਭਰਮਾਉਣਾ ਕਿਵੇਂ। ਸਾਰਾ ਕੁਝ ਉਹੀ ਪੁਰਾਣਾ ਚੱਲ ਰਿਹਾ। 75 ਸਾਲ ਹੋ ਗਏ, 75ਵਾਂ ਸਾਲ ਚੱਲਦਾ ਪਿਆ ਆਜ਼ਾਦੀ ਦਾ। ਕੁਛ ਤਾਂ ਨਵਾਂ ਹੋਵੇ, ਕੁਛ ਤਾਂ ਐਕਸਾਈਟਮੈਂਟ ਹੋਵੇ, ਕੁਛ ਤਾਂ ਉਹ ਲੋਕ ਹੋਣ ਜੋ ਸਾਡੀ ਗੱਲ ਕਰਨ, ਸਾਨੂੰ ਲੱਗੇ ਕਿ ਸਾਡੇ ਆਪਣੇ ਬੰਦੇ ਨੇ, ਸਾਡੇ ਵਿੱਚੋਂ ਹੀ ਉੱਠ ਕੇ ਗਏ ਨੇ ਤੇ ਜਾ ਕੇ ਪਾਵਰਫੁਲ ਸੀਟਸ ਦੇ ਉੱਤੇ ਬੈਠੇ ਨੇ, ਹੁਣ ਸਾਡੇ ਬਾਰੇ ਸੋਚਣਗੇ, ਸਾਡੇ ਲਈ ਕੰਮ ਕਰਨਗੇ। ਸਾਨੂੰ ਸਾਡੇ ਆਪਣੇ ਬੰਦੇ ਚਾਹੀਦੇ ਨੇ। ਸੋ ਇਹ ਸਭ ਪੁਰਾਣੀਆਂ ਗੱਲਾਂ ਹੁਣ ਛੱਡ ਕੇ ਨਵੀਆਂ ਗੱਲਾਂ, ਨਵਾਂ ਦੇਸ਼, ਨਵੀਂ ਸੋਚ, ਨਵੇਂ ਵਿਚਾਰ, ਯੰਗ ਜਨਰੇਸ਼ਨ ਹੈ ਨਾ, ਉਹ ਨਵੀਆਂ ਗੱਲਾਂ ਲੈ ਕੇ ਆਵੇ ਤੇ ਨਵਾਂ ਰੂਪ ਪੰਜਾਬ ਦਾ ਸਾਹਮਣੇ ਆਵੇ ਸਾਡੇ। ਨਿਊਜ਼ੀਲੈਂਡ ਵੱਲ ਜਾਂਦੇ ਆ। ਨਿਊਜ਼ੀਲੈਂਡ ਤੋਂ ਖਬਰ ਹੈ ਸੰਜੀਵ ਜੀ ਕਿ ਇੱਛਾ ਮੌਤ ਦਾ ਕਾਨੂੰਨ ਪਾਸ ਹੋ ਗਿਆ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਹੜੀ ਮੌਤ ਹੈ ਉਹ ਲੈ ਸਕਦੇ ਹੋ, ਪਰ ਉਹਦੇ ਲਈ ਕਾਫੀ ਮਤਲਬ ਕਿ ਲੰਬਾ ਚੌੜਾ ਜਿਹੜਾ ਉਹਨਾਂ ਨੇ ਕਾਨੂੰਨ ਤਿਆਰ ਕੀਤਾ ਹੈ ਕਿ ਸ਼ਰਤਾਂ ਰੱਖੀਆਂ ਨੇ ਕਿਸ ਤਹਿਤ ਲੈ ਸਕਦੇ ਹੋ, ਕਿ ਕੋਈ ਇਦਾਂ ਦੀ ਬਿਮਾਰੀ ਜਿਹੜੀ 6 ਮਹੀਨਿਆਂ ਦੇ ਵਿੱਚ ਤੁਹਾਨੂੰ ਮੁਕਾ ਦੇਗੀ, ਤੁਹਾਡਾ ਇਲਾਜ ਨਹੀਂ ਹੋਏਗਾ, 2 ਡਾਕਟਰਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਸੋ ਕਾਨੂੰਨ ਬਣਾ ਦਿੱਤਾ ਗਿਆ ਪਰ ਸ਼ਰਤਾਂ ਵੀ ਲਾ ਦਿੱਤੀਆਂ ਗਈਆਂ ਆਪਣੀ ਇੱਛਾ ਮੌਤ ਲੈਣ ਦੇ ਲਈ। ਕਈ ਲੋਕ ਖੁਸ਼ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਨੂੰ ਇਦਾਂ ਦੀ ਬਿਮਾਰੀ ਸੀ, ਅਸੀਂ ਤੜਫ ਕੇ ਦੁਨੀਆ ਤੋਂ ਜਾਵਾਂਗੇ, ਆਸਾਨੀ ਦੀ ਮੌਤ ਉਹਨਾਂ ਨੂੰ ਆ ਸਕਦੀ ਹੈ। ਪਰ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਨੇ। ਕੁਝ ਲੋਕ ਕਹਿ ਰਹੇ ਨੇ ਕਿ ਇਲਾਜ ਵੀ ਹੋ ਸਕਦਾ ਹੈ, ਕੁਝ ਲੋਕ ਕਹਿ ਰਹੇ ਨੇ ਕਿ ਉਹਦੇ ਮਨੋਬਲ ਨੂੰ ਵਧਾਇਆ ਵੀ ਜਾ ਸਕਦਾ ਹੈ। ਜੋ ਵੀ ਮਰੀਜ਼ ਹੈ, ਜੀਵਨ ਸ਼ਕਤੀ ਉਹਨੂੰ ਦਿੱਤੀ ਜਾ ਸਕਦੀ ਹੈ, ਉਹਨੂੰ ਕਾਉਂਸਲਿੰਗ ਕੀਤੀ ਜਾ ਸਕਦੀ ਹੈ। ਪੁਰਾਣੇ ਸਮੇਂ ਦੇ ਵਿੱਚ ਅਸੀਂ ਸ਼ਾਸਤਰਾਂ ਦੇ ਵਿੱਚ ਦੇਖਦੇ ਹਾਂ, ਇੱਕ ਪਾਤਰ ਆਉਂਦੇ ਨੇ ਮਹਾਭਾਰਤ ਦੇ ਵਿੱਚ, ਭੀਸ਼ਮ ਪਿਤਾਮਾ, ਜਿਨ੍ਹਾਂ ਨੂੰ ਇਹ ਵਰਦਾਨ ਮਿਲਿਆ ਹੋਇਆ ਸੀ ਇੱਛਾ ਮ੍ਰਿਤਿੂ ਦਾ। ਬਿਲਕੁਲ ਠੀਕ ਹੈ ਨਾ। ਜਦੋਂ ਤੱਕ ਤੁਹਾਡੀ ਇੱਛਾ ਨਹੀਂ, ਤੁਹਾਡੀ ਮੌਤ ਨਹੀਂ ਹੋ ਸਕਦੀ। ਜਦੋਂ ਤੁਹਾਡੀ ਇੱਛਾ ਹੋਏਗੀ, ਤੁਹਾਡੀ ਮੌਤ ਹੋ ਸਕਦੀ ਹੈ। ਉਹਨੂੰ ਅਸੀਂ ਵਰਦਾਨ ਦੇ ਨਾਲ ਜੋੜਦੇ ਹਾਂ, ਤਪੱਸਿਆ ਨਾਲ ਜੋੜਦੇ ਹਾਂ। ਪੁਰਾਤਨ ਕਹਾਣੀਆਂ ਨੇ। ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਹੈ ਕਿ ਤੁਸੀਂ ਜੇ ਆਪਣੇ ਸਰੀਰ ਦੇ ਉੱਤੇ ਦੁੱਖ ਭੋਗ ਰਹੇ ਹੋ, ਦੁੱਖ ਤੁਹਾਡੀ ਸਹਿਨ ਸ਼ਕਤੀ ਤੋਂ ਬਾਹਰ ਹੋ ਚੁੱਕਾ ਹੈ, ਤਾਂ ਤੁਸੀਂ ਇੱਛਾ ਮ੍ਰਿਤਿੂ ਦਾ ਇੱਕ ਆਪਸ਼ਨ ਲੈ ਸਕਦੇ ਹੋ। ਕਾਨੂੰਨੀ ਤੌਰ ਤੇ ਉਹਨੂੰ ਮਾਨਤਾ ਪ੍ਰਾਪਤ ਹੋ ਗਈ ਹੈ। ਪਰ ਜੇ ਅਸੀਂ ਭਾਰਤ ਦੀ ਸੋਚ ਦੇ ਮੁਤਾਬਿਕ ਦੇਖੀਏ, ਸਾਡੀ ਜੋ ਧਾਰਮਿਕ ਸੋਚ ਹੈ, ਅਸੀਂ ਸ਼ਾਇਦ ਕਦੇ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇ ਸਕਦੇ, ਕਿਉਂਕਿ ਉਹਨਾਂ ਦੀਆਂ ਸੋਚਾਂ ਅਲੱਗ ਨੇ, ਉਹਨਾਂ ਦੀ ਕਲਚਰ ਅਲੱਗ ਹੈ, ਉਹਨਾਂ ਦੀ ਸੋਚ ਸ਼ਕਤੀ ਅਲੱਗ ਹੈ। ਸਾਡੀ ਸੋਚ ਸ਼ਕਤੀ ਅਲੱਗ ਹੈ। ਅਸੀਂ ਆਪਣੇ ਧਾਰਮਿਕ ਗ੍ਰੰਥਾਂ ਤੋਂ, ਅਸੀਂ ਆਪਣੇ ਵੱਡੇ ਵਡੇਰਿਆਂ ਤੋਂ, ਨਾਲੇ ਸਾਡੇ ਬਜ਼ੁਰਗ ਵੀ ਇਹ ਕਹਿੰਦੇ ਨੇ, ਸਾਡੇ ਗੁਰੂਆਂ ਦੇ ਵੱਲੋਂ ਵੀ ਅਸੀਂ ਇਹ ਚੀਜ਼ਾਂ ਸੁਣਦੇ ਆਏ ਹਾਂ ਹਨਾ, ਕਿ ਜਿੱਦਾਂ ਮੌਤ ਜਿਹੜੀ ਹੈ ਉਹ ਜਦੋਂ ਖੁਦਾ ਲੈ ਕੇ ਆਉਂਦਾ ਉਹੀ ਸਹੀ ਹੁੰਦੀ ਹੈ। ਆਪਣੀ ਮਰਜ਼ੀ ਦੇ ਨਾਲ ਜਦੋਂ ਆਪਾਂ ਜੀਵਨ ਖਤਮ ਕਰਦੇ ਹਾਂ, ਜੋ ਸਾਡਾ ਇੰਡੀਅਨ ਕਲਚਰ ਕਹਿੰਦਾ ਆ ਕਿ ਉਸ ਤੋਂ ਬਾਅਦ ਮੁਕਤੀ ਨਹੀਂ ਹੁੰਦੀ। ਮਤਲਬ ਇਹ ਹੈ ਇੱਛਾ ਮ੍ਰਿਤਿੂ ਦਾ ਮਤਲਬ ਆਤਮ ਹੱਤਿਆ ਹੀ ਹੈ ਨਾ। ਹੈ ਤਾਂ ਆਤਮ ਹੱਤਿਆ। ਤੁਸੀਂ ਉਹਦਾ ਇੱਕ ਤਰੀਕਾ ਬਦਲ ਲਿਆ ਜਾਂ ਉਹਦਾ ਇੱਕ ਨਾਮ ਬਦਲ ਦਿੱਤਾ, ਠੀਕ ਹੈ ਨਾ, ਪਰ ਉਹ ਆਤਮ ਹੱਤਿਆ ਹੈ। ਜਾ ਕੇ ਸਾਡੇ ਇੱਥੇ ਕਲਚਰ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਉਹਦੀ ਬਿਲਕੁਲ ਇਜਾਜ਼ਤ ਨਹੀਂ ਦਿੰਦੇ ਕਿ ਜਨਮ ਤੇ ਮੌਤ ਦੋਨੋਂ ਪਰਮਾਤਮਾ ਦੇ ਹੱਥ ਹੈ। ਤਾਂ ਸਾਡੀ ਸੋਚ ਦੇ ਮੁਤਾਬਿਕ ਇਹ ਹੈ ਕਿ ਉਸਨੂੰ ਜੇ ਕੋਈ ਬਿਮਾਰੀ ਵੀ ਹੈ ਤਾਂ ਉਹਦੇ ਨਾਲ ਸਾਰੇ ਜਾਣੇ ਖੜੇ ਰਹੋ, ਤਾਂ ਕਿ ਉਹਦਾ ਹੌਸਲਾ ਵੀ ਬਣਿਆ ਰਵੇ ਤੇ ਇਸ ਤਰ੍ਹਾਂ ਦੇ ਹੀਲੇ ਕਰੋ ਕਿ ਉਹਦੀ ਜੋ ਮੌਤ ਹੈ ਦਰਦਨਾਕ ਨਾ ਹੋਵੇ। ਅਸੀਂ ਅਰਦਾਸ ਦੇ ਉੱਤੇ ਬਹੁਤ ਜ਼ੋਰ ਦਿੰਦੇ ਹਾਂ, ਪਾਠ ਦੇ ਉੱਤੇ ਬਹੁਤ ਜ਼ੋਰ ਦਿੰਦੇ ਹਾਂ, ਤੇ ਸਾਡਾ ਪੂਰਾ ਵਿਸ਼ਵਾਸ ਹੈ ਕਿ ਪਰਮਾਤਮਾ ਇੱਕ ਉਹ ਤਾਕਤ ਹੈ ਜੋ ਹਰੇਕ ਦੇ ਨਾਲ ਖੜੀ ਹੈ ਤੇ ਹਰੇਕ ਨੂੰ ਸੁੱਖ ਵੀ ਦਿੰਦੀ ਹੈ ਤੇ ਜਿੱਥੇ ਕੋਈ ਤਕਲੀਫ ਹੈ ਉਹਦੀ ਮਦਦ ਵੀ ਕਰਦੀ ਹੈ। ਬਿਲਕੁਲ। ਔਰ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਡਾਕਟਰਸ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਇਨਸਾਨ ਨੂੰ ਹੌਸਲਾ ਦੇ ਕੇ ਬਚਾ ਸਕਦੇ ਹਾਂ, ਤੇ ਜ਼ਰੂਰੀ ਨਹੀਂ ਕਿ ਜੇ ਉਹਨੂੰ ਇਦਾਂ ਦੀ 6 ਮਹੀਨੇ ਤੱਕ ਬਚਣ ਵਾਲੀ ਬਿਮਾਰੀ ਹੈ ਉਹ ਨਹੀਂ ਬਚੇਗਾ। ਹੋ ਸਕਦਾ ਹੈ ਕਿ ਉਹ ਲੰਬਾ ਸਮਾਂ ਠੀਕ ਹੋ ਜਾਵੇ,
ਹੋ ਸਕਦਾ ਹੈ ਕਿ ਉਸਦੀ ਬਿਮਾਰੀ ਠੀਕ ਹੋ ਜਾਵੇ। ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਬਿਮਾਰੀ ਦਾ ਇਲਾਜ ਕਰਦੇ ਹੋ, ਤੁਸੀਂ ਜਿੱਤ ਵੀ ਸਕਦੇ ਹੋ, ਤੁਸੀਂ ਹਾਰ ਵੀ ਸਕਦੇ ਹੋ। ਇਨਸਾਨ ਜਾ ਵੀ ਸਕਦਾ ਹੈ, ਇਨਸਾਨ ਬਚ ਵੀ ਸਕਦਾ ਹੈ। ਪਰ ਜਦੋਂ ਤੁਸੀਂ ਕਿਸੇ ਇਨਸਾਨ ਦਾ ਇਲਾਜ ਕਰਦੇ ਹੋ ਤਾਂ ਤੁਸੀਂ ਹਮੇਸ਼ਾ ਜਿੱਤਦੇ ਹੋ। ਹੋ ਸਕਦਾ ਉਹ ਇਨਸਾਨ ਚਲਾ ਜਾਏ, ਪਰ ਤੁਸੀਂ ਉਹਦਾ ਇਲਾਜ ਕਰ ਰਹੇ ਹੋ, ਉਸ ਇਨਸਾਨ ਦੀ ਮਾਨਸਿਕਤਾ ਦਾ ਇਲਾਜ ਕਰ ਰਹੇ ਹੋ, ਉਸ ਇਨਸਾਨ ਦੀ ਅੰਤਰਾਤਮਾ ਦਾ ਇਲਾਜ ਕਰ ਰਹੇ ਹੋ, ਉਹਦੇ ਨਾਲ ਤੁਸੀਂ ਖੜੇ ਹੋ ਮਿੱਤਰ ਬਣ ਕੇ, ਤਾਂ ਉਹ ਹਮੇਸ਼ਾ ਖੁਸ਼ ਰਹੇਗਾ। ਜਦੋਂ ਸੰਸਾਰ ਤੋਂ ਜਾਏਗਾ ਵੀ ਤਾਂ ਖੁਸ਼ੀ ਜਾਏਗਾ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਮਹਿਸੂਸ ਨਹੀਂ ਹੋਏਗੀ। ਅਗਲੀ ਖਬਰ ਪੰਜਾਬ ਤੋਂ ਹੀ ਹੈ। ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਿਰੋਧ ਕਰਨ ਜਾ ਰਹੇ ਅਧਿਆਪਕਾਂ ਤੇ ਇੱਕ ਵਾਰੀ ਫਿਰ ਤੋਂ ਲਾਠੀਚਾਰਜ ਹੋਇਆ ਹੈ। ਕਾਫੀ ਟਾਈਮ ਤੋਂ ਜਿਹੜੇ ਅਧਿਆਪਕ ਨੇ ਆਪਣੀਆਂ ਮੰਗਾਂ ਦੇ ਲਈ ਦਰ-ਦਰ ਭਟਕ ਰਹੇ ਨੇ। ਜਲੰਧਰ ਦੀਆਂ ਟੰਕੀਆਂ ਦੇ ਉੱਤੇ ਵੀ ਕੁਝ ਅਧਿਆਪਕ ਪਿਛਲੇ ਕਈ ਟਾਈਮ ਤੋਂ ਚੜੇ ਹੋਏ ਨੇ ਤੇ ਹੁਣ ਪ੍ਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ। ਦੀਵਾਲੀ ਵਾਲੀ ਰਾਤ ਨੂੰ ਪ੍ਰਗਟ ਸਿੰਘ ਹੋਣੀ ਉਦਣ ਤਾਂ ਬਾਹਰ ਆ ਕੇ ਬੈਠ ਗਏ ਕਿ ਜੇ ਮੇਰੇ ਬੱਚੇ ਬਾਹਰ ਬੈਠੇ ਨੇ, ਮੈਂ ਦੀਵਾਲੀ ਮਨਾਉਂਦਾ ਨਹੀਂ ਚੰਗਾ ਲੱਗਦਾ। ਪਰ ਹੁਣ ਪ੍ਰਗਟ ਸਿੰਘ ਹੋਣਾ ਦੇ ਘਰ ਨੂੰ ਵੀ ਜਿਹੜੇ ਰਾਹ ਜਾਂਦੇ ਨੇ ਉਹ ਵੀ ਬੰਦ ਕਰ ਦਿੱਤੇ ਗਏ ਸੀ ਕੱਲ ਦਾ ਦਿਨ, ਕਿ ਅਧਿਆਪਕ ਜਿਹੜੇ ਆ ਨਾ ਪਹੁੰਚ ਜਾਣ। ਇੱਕ ਪਾਸੇ ਤਾਂ ਤੁਸੀਂ ਕੋਲ ਬੈਠੇ ਹੋ ਜਿੱਦਣ ਦੀਵਾਲੀ ਹੈ ਲੋਕਾਂ ਨੂੰ ਦਿਖਾਉਣ ਦੇ ਲਈ, ਫਿਰ ਤੁਸੀਂ ਆਪਣੇ ਰਾਹ ਬੰਦ ਕਰ ਦਿੰਦੇ ਹੋ। ਸੋ ਹੁਣ ਮੁੱਖ ਮੰਤਰੀ ਹੋਣਾ ਦੇ ਘਰ ਪਹੁੰਚਦੇ ਆ, ਵੀ ਗਰੀਬਾਂ ਦੇ ਮੁੱਖ ਮੰਤਰੀ ਹੈ ਗਰੀਬਾਂ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਵਿਚਾਰੇ ਪੜ੍ਹੇ ਲਿਖੇ ਬੱਚਿਆਂ ਤੇ ਲਾਠੀਚਾਰਜ ਹੋ ਰਿਹਾ। ਦੇਖੋ, ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਕਿ ਅਸੀਂ ਕਿਤੇ ਵੀ ਅੰਦੋਲਨ ਕਰ ਸਕਦੇ ਹਾਂ, ਪ੍ਰਦਰਸ਼ਨ ਕਰ ਸਕਦੇ ਹਾਂ। ਪਰ ਕਹਿੰਦੇ ਨੇ ਕਿ ਜਿਹੜਾ ਲਾਠੀਚਾਰਜ ਹੈ ਬੈਰੀਕੇਡ ਤੋੜਨ ਤੋਂ ਬਾਅਦ ਹੋਇਆ। ਕੁਝ ਵੀ ਹੈ, ਅਧਿਆਪਕ ਨੇ ਔਰ ਅਸੀਂ ਦੇਖਦੇ ਹਾਂ ਸਮਾਜ ਦਾ ਨਿਰਮਾਤਾ, ਗੁਰੂ ਸ਼ਿਸ਼ ਦੀ ਪਰੰਪਰਾ ਹੈ। ਗੁਰੂ ਮਤਲਬ ਜੋ ਹਨੇਰੇ ਤੋਂ ਉਜਾਲੇ ਵੱਲ, ਰੋਸ਼ਨੀ ਵੱਲ ਲੈ ਕੇ ਜਾਂਦਾ ਹੈ। ਔਰ ਸਾਡੇ ਸੱਭਿਆਚਾਰ ਦੇ ਵਿੱਚ ਗੁਰੂ ਦਾ ਕਿੰਨਾ ਮਹੱਤਵ ਹੈ, ਕਿੰਨਾ ਸਥਾਨ ਹੈ। ਔਰ ਉਸੇ ਗੁਰੂ ਨੂੰ ਤੁਸੀਂ ਡਾਂਗਾ ਮਾਰਦੇ ਪਏ ਹੋ, ਲਾਠੀ ਚਾਰਜ ਕਰਦੇ ਪਏ ਹੋ, ਬੈਰੀਕੇਡ ਤੋੜ ਦਿੱਤਾ, ਚਲੋ ਕੁਝ ਵੀ ਗੱਲ ਹੋਈ, ਪਰ ਇਹ ਡਾਂਗਾ ਮਾਰਨੀ, ਇਹ ਸਭ ਕੁਝ ਉਹ ਵੀ ਅਧਿਆਪਕ ਦੇ ਉੱਤੇ। ਤੇ ਜਿਨ੍ਹਾਂ ਪੁਲਿਸ ਕਰਮੀਆਂ ਨੇ ਉਹ ਡਾਂਗਾ ਮਾਰੀਆਂ ਨੇ ਉਹ ਵੀ ਕਿਸੇ ਅਧਿਆਪਕ ਤੋਂ ਪੜ੍ਹੇ ਹੋਏ ਨੇ। ਜਿਨ੍ਹਾਂ ਨੇ ਆਰਡਰਸ ਦਿੱਤੇ ਨੇ ਉਹ ਵੀ ਕਿਸੇ ਅਧਿਆਪਕ ਤੋਂ ਪੜ੍ਹੇ ਹੋਏ ਨੇ। ਤੇ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਤੇ ਬਾਕੀ ਮੰਤਰੀ ਸਾਹਿਬ ਨੇ ਉਹ ਵੀ ਕਿਸੇ ਨਾ ਕਿਸੇ ਅਧਿਆਪਕ ਤੋਂ ਪੜ੍ਹੇ ਹੋਏ ਨੇ। ਸੋ ਇਹ ਅਧਿਆਪਕ ਦੀ ਕਦਰ ਹੈ। ਤੁਸੀਂ ਠੀਕ ਕਿਹਾ, ਸਮਾਜ ਦਾ ਨਿਰਮਾਤਾ ਡਾਂਗਾ ਖਾਂਦਾ ਪਿਆ। ਸੋ ਇਹ ਚੀਜ਼ਾਂ ਕੋਈ ਚੰਗੀਆਂ ਤਾਂ ਨਹੀਂ ਲੱਗਦੀਆਂ ਕਿ ਅਧਿਆਪਕ ਦੇ ਉੱਤੇ, ਬਲਕਿ ਕਿਸੇ ਦੇ ਉੱਤੇ ਵੀ ਡਾਂਗਾ ਕਿਉਂ ਮਾਰਨੀਆਂ। ਇਹ ਤੇ ਬ੍ਰਿਟਿਸ਼ ਰਾਜ ਦੇ ਵਿੱਚ ਹੁੰਦਾ ਸੀ, ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਉਦੋਂ ਸਾਨੂੰ ਡਾਂਗਾ ਪੈਂਦੀਆਂ ਹੁੰਦੀਆਂ ਸੀ। ਤੇ ਆਪਣੇ ਰਾਜ ਦੇ ਵਿੱਚ ਵੀ ਜੇ ਅਸੀਂ ਡਾਂਗਾ ਹੀ ਖਾਣੀਆਂ ਨੇ ਤਾਂ ਕਾਹਦੀ ਆਜ਼ਾਦੀ ਲਿੱਤੀ ਹੈ? ਅਸੀਂ ਡਾਂਗਾ ਖਾਣ ਨੂੰ ਆਜ਼ਾਦੀ ਲਿੱਤੀ ਹੈ? ਉਹ ਤਾਂ ਚਲੋ ਬੇਗਾਨੇ ਸੀ, ਸਾਨੂੰ ਮਾਰਦੇ ਸੀ। ਇਹ ਤਾਂ ਆਪਣੇ ਨੇ, ਆਪਣੇ ਸਾਡੇ ਉੱਤੇ ਡਾਂਗਾ ਮਾਰਦੇ ਨੇ। ਤਾਂ ਦੱਸੋ ਕੀ ਖੱਟਿਆ ਸੀ ਜਾਨਾਂ ਦੇ ਕੇ? ਭਗਤ ਸਿੰਘ ਨੇ ਕੀ ਖੱਟਿਆ ਜਾਨ ਗਵਾ ਕੇ? ਉਹ ਤਾਂ ਫਿਰ ਜਾਨ ਗਵਾਉਣ ਵਾਲੀ ਗੱਲ ਹੋ ਗਈ ਨਾ, ਕਿ ਜੇ ਉਹਦੇ ਆਉਣ ਵਾਲੇ ਬੱਚੇ, ਅਸੀਂ ਬੱਚੇ ਹੀ ਹਾਂ ਇੱਕ ਤਰ੍ਹਾਂ ਦਾ, ਭਗਤ ਸਿੰਘ ਦੇ ਬਾਕੀ ਸਾਰੇ ਜੋ ਸ਼ਹੀਦ ਹੋਏ ਨੇ ਉਹਨਾਂ ਦੇ ਬੱਚੇ ਹੀ ਹਾਂ ਅਸੀਂ। ਉਹਨਾਂ ਨੇ ਕੀ ਖੱਟਿਆ ਕਿ ਉਹਨਾਂ ਦੇ ਬੱਚੇ ਅੱਗੇ ਡਾਂਗਾ ਖਾਂਦੇ ਪਏ ਨੇ ਤੇ ਡਾਂਗਾ ਮਾਰਨ ਵਾਲੇ ਵੀ ਉਹਨਾਂ ਦੇ ਬੱਚੇ। ਆਹ ਦੇਸ਼ ਦਾ ਰੂਪ ਹੈ। ਤਾਂ ਇਸ ਕਰਕੇ ਇਹ ਦਰਦਨਾਕ ਗੱਲ ਤੇ ਹੈ, ਖਾਸ ਕਰਕੇ ਜਦੋਂ ਅਧਿਆਪਕਾਂ ਦੇ ਉੱਤੇ ਡਾਂਗਾ ਪੈਂਦੀਆਂ ਨੇ। ਇਹ ਤੇ ਬਹੁਤ ਜ਼ਿਆਦਾ ਦਰਦਨਾਕ ਹੋ ਜਾਂਦੀ ਗੱਲ। ਵਾਕਈ ਦਰਦਨਾਕ ਹੈ। ਚਰਨਜੀਤ ਸਿੰਘ ਚੰਨੀ ਹੋਣੀ ਬਹੁਤ ਛਾਏ ਹੋਏ ਨੇ ਅੱਜ ਕੱਲ ਮੀਡੀਆ ਦੇ ਵਿੱਚ, ਕਿਤੇ ਵੀ ਜਾ ਕੇ ਰੁਕ ਜਾਂਦੇ ਨੇ, ਮਿਲ ਜਾਂਦੇ ਨੇ। ਪਰ ਕਈ ਖਬਰਾਂ ਇਦਾਂ ਦੀਆਂ ਸਾਹਮਣੇ ਆਈਆਂ ਨੇ, ਕਈ ਲੋਕਾਂ ਦੇ ਕੋਲੋਂ ਫੀਡਬੈਕ ਮਿਲਿਆ ਕਿ ਜਿਹੜੇ ਚੰਡੀਗੜ੍ਹ ਉਹਨਾਂ ਨੂੰ ਮਿਲਣ ਜਾਂਦੇ ਨੇ ਤੇ ਚੰਨੀ ਸਾਹਿਬ ਨੀਵੀਂ ਪਾ ਕੇ ਦੂਰੋਂ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਘਰੋਂ ਬਾਹਰ ਚਲੇ ਜਾਂਦੇ ਨੇ। ਘਰੇ ਬੈਠੇ ਹੋਏ ਲੋਕਾਂ ਨੂੰ ਵੀ ਉਹ ਚੰਗੀ ਤਰ੍ਹਾਂ ਨਹੀਂ ਮਿਲਦੇ ਤੇ ਜੇ ਕਿਤੇ ਵੀ ਆਉਂਦੇ ਨੇ ਤਾਂ ਦੂਰੋਂ ਸਤਿ ਸ੍ਰੀ ਅਕਾਲ ਬੁਲਾ ਕੇ ਚਲੇ ਜਾਂਦੇ ਨੇ। ਮੈਨੂੰ ਲੱਗਦਾ ਕਿ ਮੀਡੀਆ ਲਵਰ ਬਣ ਰਹੇ ਨੇ ਹੌਲੀ ਹੌਲੀ, ਕਿ ਜੋ ਮੀਡੀਆ ਵਿੱਚ ਦਿਖ ਰਿਹਾ ਸ਼ਾਇਦ ਅਸੀਂ ਉਹਨਾਂ ਦੇ ਹੀ ਹਾਂ। ਸੋ ਜੇ ਗਰੀਬਾਂ ਦੀ ਸਰਕਾਰ ਆਈ ਹੈ ਤੇ ਜਿਹੜੇ ਤੁਹਾਡੇ ਘਰਾਂ ਦੇ ਬਾਹਰ ਉਡੀਕ ਰਹੇ ਨੇ ਤੁਹਾਨੂੰ ਮਿਲਣ ਦੇ ਲਈ, ਉਹਨਾਂ ਨੂੰ ਜ਼ਰੂਰ ਮਿਲੋ। ਪਰ ਫਿਲਹਾਲ ਸਾਡਾ ਸਮਾਂ ਇੱਥੇ ਹੀ ਖਤਮ ਹੋ ਰਿਹਾ। ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਨੂੰ ਮੁਕਾਉਣ ਦਾ ਮੈਨੂੰ ਵਰੁਣ ਕੌਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ ਖੰਨਾ ਨੂੰ ਦੇ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।